ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨਾ ਕੁੰਜੀ ਹੱਥ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀਓ, ਬੜੀ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ। ਲੰਬੇ ਸਮੇਂ ਬਾਅਦ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਇਲਾਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਬੜੇ ਅਦਬ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਪਿਛਲੇ ਸਮੇਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਆਰੰਭ ਹੋਈ ਸੀ, ਉਸ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਸਲੋਕ ਹੈ, ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਇਹ ਸਤਿਗੁਰਾਂ ਦਾ 13ਵਾਂ ਸਲੋਕ ਹੈ। ਇਸ ਪਾਵਨ ਸਲੋਕ ਦੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਹੈ। ਆਓ ਜਿਤਨੇ ਕੋ ਸਰੀਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਆ, ਸਾਹਿਬਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ, ਸ਼ੁਕਰਾਨਾ ਕਰਦਿਆਂ ਹੋਇਆਂ ਕਰੀਏ ਬੇਨਤੀ ਕਿ ਮੇਰੇ ਮਾਲਕ ਕਿਰਪਾ ਕਰੋ, ਇਸ ਮਨ ਨੂੰ ਟਿਕਾ ਬਖਸ਼ੋ, ਇਸ ਮਨ ਨੂੰ ਤੰਦਰੁਸਤੀ ਬਖਸ਼ੋ, ਪੂਰੇ ਸੰਸਾਰ ਦੇ ਵਿੱਚ ਤੰਦਰੁਸਤੀ ਵਰਤਾ ਦਿਓ। ਆਓ ਸਾਰੇ ਹੀ ਅਰਦਾਸ ਬੇਨਤੀ ਕਰਦੇ ਹੋਏ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਠੀਕ ਹੈ ਕਿ ਬੜੇ ਲੰਬੇ ਸਮੇਂ ਬਾਅਦ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜਨ ਦਾ ਮੌਕਾ ਮਿਲਿਆ ਹੈ, ਅਤੇ ਹੋ ਸਕਦਾ ਹੈ ਕਿ ਸ਼ਾਇਦ ਪ੍ਰੈਕਟਿਸ ਨਾ ਹੋਣ ਕਰਕੇ, ਕਿਉਂਕਿ ਘਰਾਂ ਦੇ ਵਿੱਚ ਤਾਂ ਆਪਾਂ ਹਾਏ ਹੈਲੋ ਹੀ ਕਰਦੇ ਹਾਂ, ਪ੍ਰੈਕਟਿਸ ਨਾ ਹੋਣ ਕਰਕੇ ਸ਼ਾਇਦ ਵਾਹਿਗੁਰੂ ਸਾਡੀ ਜ਼ੁਬਾਨ 'ਤੇ ਫਤਿਹ ਜਿਹੜੀ ਹੈ ਉਹ ਚੰਗੀ ਤਰ੍ਹਾਂ ਨਹੀਂ ਆ ਰਹੀ। ਦੁਬਾਰਾ ਫਿਰ ਉੱਚੀ ਆਵਾਜ਼ ਦੇ ਵਿੱਚ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਪਾਤਸ਼ਾਹ ਜੀ ਕਹਿੰਦੇ, ਜਿਸ ਇਨਸਾਨ ਨੂੰ ਸੁੱਖ ਦੁੱਖ ਜਿਹ ਪਰਸੈ ਨਹੀਂ, ਸੁੱਖ ਤੇ ਦੁੱਖ, ਪਰਸੈ ਦਾ ਮਤਲਬ ਹੁੰਦੇ ਭੋ ਨਹੀਂ ਸਕਦੇ, ਮਤਲਬ ਕਿ ਜਿਹੜਾ ਇਨਸਾਨ ਸੁੱਖ ਦੇ ਵਿੱਚ ਤੇ ਦੁੱਖ ਦੇ ਵਿੱਚ ਇੱਕੋ ਬਰਾਬਰ ਰਹਿੰਦਾ, ਸਟੇਬਲ ਰਹਿੰਦਾ ਹੈ, ਡੋਲਦਾ ਨਹੀਂ। ਲੋਭ ਮੋਹ ਅਭਿਮਾਨ,
ਜਿਸ ਦੇ ਅੰਦਰ ਲਾਲਚ ਕੋਈ ਨਹੀਂ, ਅਟੈਚਮੈਂਟ ਕੋਈ ਨਹੀਂ, ਹੰਕਾਰ ਨਹੀਂ। ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਹੇ ਮੇਰਿਆ ਮਨਾ ਸੁਣ, ਸੋ ਮੂਰਤ ਭਗਵਾਨ, ਉਹ ਭਗਵਾਨ ਦਾ ਰੂਪ ਹੈ। ਖਿਆਲ ਕਰੋ, ਪਾਤਸ਼ਾਹ ਜੀ ਬਾਣੀ ਦੇ ਵਿੱਚ ਵਾਰ-ਵਾਰ ਕਹਿੰਦੇ ਨੇ, ਕਹਿੰਦੇ ਪ੍ਰਮਾਤਮਾ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾ ਰੂਪ ਹੈ, ਨਾ ਰੰਗ ਹੈ, ਨਾ ਉਹਦਾ ਕੋਈ ਚੱਕਰ ਹੈ, ਨਾ ਉਹਦਾ ਕੋਈ ਚਿਹਨ ਹੈ। ਮਤਲਬ ਕਿ ਉਹ ਫਾਰਮਲੈਸ ਹੈ, ਉਹਦਾ ਸਰੀਰ ਨਹੀਂ ਹੈ, ਉਹਨੂੰ ਇਹਨਾਂ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਹੀ ਸੰਸਾਰ ਦੇ ਵੱਖ-ਵੱਖ ਪਦਾਰਥ ਦੇਖਦੇ ਹਾਂ, ਆਪਣੀਆਂ ਇਹਨਾਂ ਅੱਖਾਂ ਦੇ ਨਾਲ ਕਿਸੇ ਇਨਸਾਨ ਨੂੰ ਦੇਖਦੇ ਹਾਂ, ਇਹਨਾਂ ਅੱਖਾਂ ਦੇ ਨਾਲ ਆਪਾਂ ਨੇਚਰ ਨੂੰ ਦੇਖਦੇ ਹਾਂ, ਕੁਦਰਤ ਨੂੰ ਦੇਖਦੇ ਹਾਂ, ਪਹਾੜਾਂ ਨੂੰ ਦੇਖਦੇ ਹਾਂ, ਸੜਕਾਂ ਨੂੰ ਦੇਖਦੇ ਹਾਂ, ਦਰਖਤਾਂ ਨੂੰ ਦੇਖਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੀ ਫਾਰਮ ਹੈ, ਪਰ ਪਰਮਾਤਮਾ ਇੱਕ ਐਸਾ ਹੈ ਜਿਹੜਾ ਫਾਰਮਲੈਸ ਹੈ। ਬਾਣੀ ਨੂੰ ਪੜ੍ਹੋ, ਸਤਿਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦੇ ਮੇਨ ਰੂਪ ਦੇ ਵਿੱਚ ਦੋ ਰੂਪ ਨੇ, ਨਿਰਗੁਣ ਤੇ ਸਰਗੁਣ। ਨਿਰਗੁਣ ਦਾ ਮਤਲਬ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਉਹਨੇ ਨਜ਼ਰ ਆਉਣਾ ਹੈ, ਕਿਉਂਕਿ ਉਹ ਫਾਰਮਲੈਸ ਹੈ, ਉਹਦਾ ਰੂਪ ਰੰਗ ਕੋਈ ਨਹੀਂ। ਦੂਜਾ ਹੈ ਸਰਗੁਣ। ਸਰਗੁਣ ਦਾ ਮਤਲਬ ਹੈ ਹਰ ਇੱਕ ਉਹ ਚੀਜ਼ ਜਿਹੜੀ ਪ੍ਰਮਾਤਮਾ ਨੇ ਕ੍ਰੀਏਟ ਕੀਤੀ ਹੈ, ਉਹ ਪ੍ਰਮਾਤਮਾ ਦਾ ਆਪਣਾ ਹੀ ਰੂਪ ਹੈ। ਚਾਹੇ ਉਹ ਇਨਸਾਨ ਹੈ, ਚਾਹੇ ਕੋਈ ਪਸ਼ੂ ਹੈ, ਚਾਹੇ ਕੋਈ ਪੰਛੀ ਹੈ, ਚਾਹੇ ਕੋਈ ਜਾਨਵਰ ਹੈ, ਚਾਹੇ ਪੇੜ ਪੌਦੇ ਨੇ, ਕੁਝ ਵੀ ਜੋ ਸਾਨੂੰ ਇਹਨਾਂ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਏ, ਉਹ ਪ੍ਰਮਾਤਮਾ ਦਾ ਸਰਗੁਣ ਰੂਪ ਹੈ। ਤੇ ਕਿਤੇ ਆਪਣੀ ਸੁਰਤ ਨੂੰ ਨੰਦੇੜ ਦੀ ਧਰਤੀ ਤੇ ਲੈ ਕੇ ਜਾਈਏ, ਜਿਸ ਨੂੰ ਆਪਾਂ ਹਜੂਰ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਉਸ ਧਰਤੀ ਤੇ ਲੈ ਕੇ ਜਾਈਏ ਤੇ ਇੱਕ ਇਹੋ ਜਿਹਾ ਐਟਮੋਸਫੇਅਰ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ, ਭਾਈ ਨੰਦ ਲਾਲ ਜੀ ਉਹਨਾਂ ਦੇ ਕੋਲ ਨੇ, ਤੇ ਸਤਿਗੁਰਾਂ ਨੂੰ ਬਚਨ ਕਿਹਾ ਭਾਈ ਨੰਦ ਲਾਲ ਜੀ ਨੇ, ਕਿਉਂਕਿ ਅੰਤਲਾ ਸਮਾਂ ਨਜ਼ਦੀਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜੋਤੀ ਜੋਤ ਸਮਾਉਣ ਵਾਲਾ ਸਮਾਂ ਜਿਹੜਾ ਹੈ ਉਹ ਨਜ਼ਦੀਕ ਆ ਰਿਹਾ ਹੈ। ਤੇ ਭਾਈ ਨੰਦ ਲਾਲ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਵਿਚਾਰ ਹੋ ਰਹੀ ਹੈ। ਸਤਿਗੁਰਾਂ ਨੇ ਕਿਹਾ ਕਿ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਤਿਗੁਰੂ ਦੇ ਆਣ ਕੇ ਦੀਦਾਰ ਜ਼ਰੂਰ ਕਰੇ। ਰਹਿਤ ਮਰਿਆਦਾ ਨੂੰ ਪੜ੍ਹਿਓ, ਰਹਿਤ ਮਰਿਆਦਾ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਹਰ ਇੱਕ ਸਿੱਖ 2 ਟਾਈਮ ਸਵੇਰੇ ਤੇ ਸ਼ਾਮ ਜ਼ਰੂਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਣ ਕੇ ਨਤਮਸਤਕ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਹਰ ਇੱਕ ਸਿੱਖ ਦਾ ਇਹ ਫਰਜ਼ ਹੈ ਕਿ ਉਹ ਗੁਰੂ ਦੇ ਆਣ ਕੇ ਦੀਦਾਰ ਕਰੇ। ਤੇ ਇੱਥੇ ਭਾਈ ਨੰਦ ਲਾਲ ਜੀ ਨੇ ਇੱਕ ਸਵਾਲ ਕੀਤਾ ਸਤਿਗੁਰੂ ਜੀ ਨੂੰ। ਹੁਣ ਕਿਉਂਕਿ ਸਤਿਗੁਰਾਂ ਨੇ ਕੁਝ ਸਮੇਂ ਬਾਅਦ, ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾਉਣਾ ਹੈ, ਤੇ ਸਤਿਗੁਰਾਂ ਨੂੰ ਸਵਾਲ ਕੀਤਾ ਭਾਈ ਨੰਦ ਲਾਲ ਜੀ ਨੇ, ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰੋ ਮੋਹਿ ਆਏ, ਲਖੀਏ ਤੁਮਰਾ ਦਰਸ਼ ਕਹਾਂ ਕਹੋ ਮੋਹਿ ਸਮਝਾਏ। ਕਹਿੰਦੇ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਦੀਦਾਰ ਕਰਨੇ ਨੇ ਆਣ ਕੇ ਗੁਰੂ ਦੇ, ਕਿਰਪਾ ਕਰਕੇ ਦੱਸੋ ਤੁਹਾਡੇ ਦੀਦਾਰ ਹੋਣਗੇ ਕਿਵੇਂ? ਅੱਜ ਤੁਸੀਂ ਸਰੀਰਕ ਜਾਮੇ ਦੇ ਵਿੱਚ, ਫਿਜ਼ੀਕਲ ਫਾਰਮ ਦੇ ਵਿੱਚ ਮੌਜੂਦ ਹੋ, ਤੁਹਾਡੇ ਦੀਦਾਰ ਹੋ ਰਹੇ ਨੇ, ਦਰਸ਼ਨ ਹੋ ਰਹੇ ਨੇ, ਪਰ ਜਦੋਂ ਉਹ ਵੀ ਸਮਾਂ ਆਏਗਾ ਜਦੋਂ ਇਸ ਸੰਸਾਰ ਨੂੰ ਤੁਸੀਂ ਸਰੀਰਕ ਤੌਰ ਤੇ ਤਿਆਗ ਕੇ ਚਲੇ ਜਾਓਗੇ, ਫਿਰ ਤੁਹਾਡੇ ਦੀਦਾਰ ਕਿਵੇਂ ਹੋਣਗੇ? ਲਖੀਏ ਤੁਮਰਾ ਦਰਸ਼ ਕਹਾਂ, ਕਿਵੇਂ ਹੋਣਗੇ ਤੁਹਾਡੇ ਦੀਦਾਰ? ਤੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਇੱਕ ਜਵਾਬ ਦਿੱਤਾ। ਯਾਦ ਰੱਖਿਓ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ ਸੁੱਖ ਦੁੱਖ ਇੱਕ ਬਰਾਬਰ, ਤੇ ਵਿਕਾਰ ਕਹਿ ਲਈਏ ਵਾਈਸਸ, ਲੱਭ ਲੋਭ ਅਭਿਮਾਨ, ਇਹ ਜਿਹੜੇ ਵਾਈਸਸ ਨੇ ਇਹ ਜਿਸ ਇਨਸਾਨ ਦੇ ਅੰਦਰ ਹੈ ਹੀ ਨੇ, ਜਿਹੜੇ ਅੰਡਰ ਕੰਟਰੋਲ ਨੇ, ਸੁੱਖ ਦੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਵਿਕਾਰਾਂ ਦੇ ਉੱਤੇ ਉਹਨੇ ਜਿੱਤ ਪ੍ਰਾਪਤ ਕੀਤੀ ਹੋਈ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਰੂਪ ਹੈ। ਵੈਸੇ ਰੱਬ ਨਜ਼ਰ ਨਹੀਂ ਜੇ ਆਉਣਾ, ਪਰ ਜੇਕਰ ਮੇਰੇ ਮਨ ਦੇ ਵਿੱਚ ਇਹ ਇੱਛਾ ਹੈ ਨਾ ਕਿ ਮੈਂ ਰੱਬ ਦੇ ਦੀਦਾਰ ਕਰਾਂ, ਤੇ ਸਤਿਗੁਰੂ ਜੀ ਕਹਿੰਦੇ ਆ ਮੈਂ ਤੈਨੂੰ ਦੱਸਦਾ ਰੱਬ ਦੇ ਦੀਦਾਰ ਕਿਵੇਂ ਹੋ ਸਕਦੇ ਨੇ, ਰੱਬ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ। ਸਰਗੁਣ ਰੂਪ ਦੇ ਵਿੱਚ ਅਸੀਂ ਸਮਝਦੇ ਜ਼ਰੂਰ ਹਾਂ ਕਿ ਪ੍ਰਮਾਤਮਾ ਦਾ ਰੂਪ ਸਾਰਾ ਸੰਸਾਰ ਹੈ, ਪਰ ਇਸ ਸਾਰੇ ਸੰਸਾਰ ਦੇ ਵਿੱਚੋਂ ਸਾਨੂੰ ਅਜੇ ਤੱਕ ਰੱਬ ਦੇ ਦੀਦਾਰ ਨਹੀਂ ਹੋ ਰਹੇ। ਤੇ ਮੋਟੇ ਤੌਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਆ ਮੈਂ ਤੈਨੂੰ ਦੱਸਦਾ ਕਿ ਤੂੰ ਰੱਬ ਨੂੰ ਦੇਖ ਕਿਵੇਂ ਸਕਦਾ ਹੈ, ਰੱਬ ਨੂੰ
ਤੂੰ ਦੇਖ ਕਿਵੇਂ ਸਕਦਾ ਹੈ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਇੱਥੇ ਕਹਿ ਰਹੇ ਨੇ, ਕਹਿੰਦੇ ਜੇ ਤੂੰ ਇਹ ਸਵਾਲ ਕੀਤਾ ਹੈ ਤੇ ਇਹਦਾ ਜਵਾਬ ਸੁਣ। ਕੀ ਜਵਾਬ ਹੈ ਜੀ? ਸਤਿਗੁਰੂ ਜੀ ਕਹਿਣ ਲੱਗੇ, ਤੀਨ ਰੂਪ ਹੈ ਮੋਹਿ ਕੈ ਸੁਣੋ ਨੰਦ ਚਿਤ ਲਾਏ। ਭਾਈ ਨੰਦ ਲਾਲ ਜੀ, ਮੇਰੇ 3 ਰੂਪ ਨੇ। ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੋ ਤੁਹੇ ਸਮਝਾਏ। ਕਹਿੰਦੇ 3 ਰੂਪ ਨੇ, ਇੱਕ ਨਿਰਗੁਣ ਸਰਗੁਣ ਤੇ ਗੁਰ ਸ਼ਬਦ। ਗੁਰੂ ਸ਼ਬਦ ਦੇ ਵਿੱਚ ਵੀ ਮੈਂ ਵਸਦਾ। ਨਿਰਗੁਣ ਦਾ ਮਤਲਬ ਹੈ ਜੀ ਫਾਰਮਲੈਸ। ਸਰਗੁਣ ਦਾ ਮਤਲਬ ਹੈ ਜੋ ਸਭ ਕੁਝ ਸਾਨੂੰ ਨਜ਼ਰ ਆ ਰਿਹਾ, ਇਹ ਪ੍ਰਮਾਤਮਾ ਦਾ ਹੀ ਰੂਪ ਹੈ। ਗੁਰ ਸ਼ਬਦ ਹੈ, ਗੁਰ ਸ਼ਬਦ ਦਾ ਮਤਲਬ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਸਤਿਗੁਰੂ ਜੀ ਕਹਿੰਦੇ ਮੇਰਾ ਇੱਕ ਰੂਪ ਇਹ ਬਾਣੀ ਵੀ ਹੈ। ਜਿਸ ਦੇ ਮਨ ਦੇ ਵਿੱਚ ਇਹ ਇੱਛਾ ਹੋਏਗੀ ਨਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰਨੇ ਨੇ, ਸਤਿਗੁਰੂ ਜੀ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਆਣ ਕੇ ਦੀਦਾਰ ਕਰੇ, ਮੇਰੇ ਦੀਦਾਰ ਹੋਣਗੇ। ਜਿਸ ਦੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੱਲ ਕਰਾਂ, ਤੇ ਸਤਿਗੁਰੂ ਜੀ ਕਹਿੰਦੇ ਗ੍ਰੰਥ ਜੀ ਪੜ੍ਹੇ, ਗ੍ਰੰਥ ਜੀ ਪੜ੍ਹੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰੇ। ਜਿਹੜਾ ਭਾਵਨਾ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇਗਾ, ਸਤਿਗੁਰੂ ਜੀ ਕਹਿੰਦੇ ਉਹਦੀ ਮੇਰੇ ਨਾਲ ਗੱਲਬਾਤ ਹੋਏਗੀ। ਤੇ ਇੱਕ ਗੱਲ ਇੱਥੇ ਹੋਰ ਨਾਲ ਕਹੀ ਗੁਰੂ ਸਾਹਿਬ ਨੇ, ਕਹਿਣ ਲੱਗੇ ਭਾਈ ਨੰਦ ਲਾਲ ਜੀ ਸੁਣਿਓ, ਜਿਹੜਾ ਗੁਰੂ ਦਾ ਸਿੱਖ, ਜਿਹੜਾ ਗੁਰੂ ਦਾ ਸਿੱਖ ਬਾਣੀ ਦੇ ਵਿੱਚ ਰੰਗਿਆ ਹੋਇਆ ਹੈ ਨਾ, ਉਹ ਸਿੱਖ ਵੀ ਮੇਰਾ ਹੀ ਰੂਪ ਹੈ। ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਸੁਖ ਦੁੱਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿੰਦੇ ਭਾਈ ਨੰਦ ਲਾਲ ਜੀ, ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਕੋਰਡਿੰਗਲੀ ਆਪਣੀ ਲਾਈਫ ਨੂੰ ਬਣਾ ਲਿਆ, ਜਿਸ ਨੇ ਜਿਹੜਾ ਗੁਰਬਾਣੀ ਦੇ ਰੰਗ ਦੇ ਵਿੱਚ ਪਿਆਰ ਦੇ ਵਿੱਚ ਰੰਗਿਆ ਗਿਆ ਏ, ਉਹ ਸਿੱਖ ਵੀ ਮੇਰਾ ਹੀ ਰੂਪ ਹੈ। ਜਿਸ ਨੇ ਮੇਰੇ ਦੀਦਾਰ ਕਰਨੇ ਨੇ, ਉਹ ਐਸੇ ਸਿੱਖ ਦੇ ਦੀਦਾਰ ਕਰ ਲਵੇ, ਉਸ ਸਿੱਖ ਦੇ ਵਿੱਚੋਂ ਮੇਰੇ ਦੀਦਾਰ ਹੋਣਗੇ। ਤੇ ਕਿਤੇ ਸਤਿਗੁਰਾਂ ਦੇ ਬਚਨ ਪੜ੍ਹਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਤੁਹਾਡੀ ਜ਼ੁਬਾਨ ਤੇ ਉਹ ਲਫ਼ਜ਼ ਹੋਣਗੇ ਵੀ, ਤੁਹਾਡੇ ਜ਼ਿਹਨ ਦੇ ਵਿੱਚ ਵੀ ਉਹ ਤੁਹਾਨੂੰ ਯਾਦ ਨੇ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਖਾਲਸਾ ਮੇਰੀ ਜਾਨ ਕੀ ਜਾਨ, ਸਤਿਗੁਰੂ ਜੀ ਕਹਿੰਦੇ ਖਾਲਸਾ ਮੇਰੀ ਜਾਨ ਹੈ। ਇੱਥੇ ਹੀ ਬਚਨ ਮਿਲਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ। ਕਿਸ ਨੂੰ ਕਿਹਾ ਖਾਲਸਾ ਰੂਪ? ਕਿਸ ਨੂੰ ਕਹਿੰਦੇ ਪਏ ਨੇ ਕਿ ਖਾਲਸਾ ਮੇਰਾ ਹੀ ਰੂਪ ਹੈ? ਉਹ ਖਾਲਸਾ ਜਿਹੜਾ ਗੁਰਬਾਣੀ ਦੇ ਵਿੱਚ ਰੰਗਿਆ ਹੋਇਆ ਹੈ, ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਭਿੱਜਾ ਪਿਆ ਹੈ, ਜਿਸ ਦੇ ਮਨ ਦੇ ਵਿੱਚ ਸੁਖ ਦੁੱਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਸਤਿਗੁਰੂ ਜੀ ਕਹਿੰਦੇ ਜਿਹੜਾ ਐਸਾ ਹੈ ਨਾ, ਉਹ ਮੇਰਾ ਹੀ ਰੂਪ ਹੈ। ਜਿਸ ਨੇ ਮੇਰੇ ਦੀਦਾਰ ਕਰਨੇ ਹੋਣ, ਉਹ ਐਸੇ ਸਿੱਖ ਦੇ ਦੀਦਾਰ ਕਰ ਲਵੇ, ਮੇਰੇ ਦੀਦਾਰ ਹੋਣਗੇ। ਤੇ ਵੈਸੇ ਵੀ ਸਿਆਣੇ ਕਹਿੰਦੇ ਨੇ, ਸਤਿਗੁਰਾਂ ਦਾ ਵੀ ਬਚਨ ਹਿਸਟਰੀ ਦੇ ਵਿੱਚੋਂ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਸਿੱਖ ਕਿਤੇ ਸ਼ੀਸ਼ੇ ਦੇ ਸਾਹਮਣੇ ਖਲੋਵੇ, ਸਾਬਤ ਸੂਰਤ, ਜਿਹੜਾ ਗੁਰਬਾਣੀ ਦੇ ਮੁਤਾਬਕ ਆਪਣੀ ਲਾਈਫ ਨੂੰ ਸਪੈਂਡ ਕਰਦਾ ਪਿਆ ਹੈ, ਜਦੋਂ ਉਹ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਆਪਣੇ ਚਿਹਰੇ ਨੂੰ ਦੇਖੇਗਾ, ਉਹਦੇ ਚਿਹਰੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਨਜ਼ਰ ਆਏਗਾ। ਕਿਉਂਕਿ ਸਤਿਗੁਰਾਂ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ। ਇੱਥੇ ਨਾ ਮਸਕੀਨ ਸਾਹਿਬ ਦੀ ਇੱਕ ਗੱਲ ਬੜੀ ਪਿਆਰੀ ਯਾਦ ਆਈ। ਕਹਿੰਦੇ ਮੈਂ ਇੱਕ ਸਰਵ ਧਰਮ ਸੰਮੇਲਨ ਦੇ ਵਿੱਚ ਗਿਆ। ਸਰਵ ਧਰਮ ਸੰਮੇਲਨ ਕਹਿ ਲਈਏ, ਇੰਟਰਫੇਥ ਉਹਨਾਂ ਦਾ ਸਮਾਗਮ ਸੀ ਕੋਈ। ਉੱਥੇ ਗਏ ਤੇ ਉੱਥੇ ਵਿਚਾਰਾਂ ਕਰਦਿਆਂ ਕਿਸੇ ਦੂਜੇ ਧਰਮ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੀ, ਕਿਸੇ ਦੂਜੇ ਧਰਮ ਦੇ ਇਨਸਾਨ ਦੇ ਨਾਲ ਜਦੋਂ ਗੱਲ ਹੋਈ ਤੇ ਉਹਨਾਂ ਕਿਹਾ ਜੀ ਕਿ ਬਿਜ਼ਨਸ ਦੇ ਵਿੱਚ ਵਪਾਰ ਦੇ ਵਿੱਚ ਥੋੜਾ ਬਹੁਤ ਝੂਠ ਚੱਲਦਾ ਹੈ। ਬਿਜ਼ਨਸ ਦੇ ਵਿੱਚ ਥੋੜਾ ਬਹੁਤ ਝੂਠ ਚੱਲਦਾ ਹੈ। ਤੇ ਯਾਦ ਰੱਖਿਓ, ਕੁਝ ਐਸੇ ਵੀ ਇਸ ਦੁਨੀਆ ਦੇ ਵਿੱਚ ਧਰਮ ਨੇ ਜਿਨ੍ਹਾਂ ਦੇ ਧਰਮ ਗੁਰੂ ਜਿਹੜੇ ਨੇ ਉਹਨਾਂ ਦੀ ਮਰਿਆਦਾ ਬੜੀ ਅਲੱਗ ਰਹੀ ਹੈ। ਹਰ ਇੱਕ ਧਰਮ ਦੀ ਜਿਹੜੀ ਮਰਿਆਦਾ ਹੈ ਵੈਸੇ ਪੂਰਨ ਤੌਰ ਤੇ ਅਲੱਗ ਹੈ, ਪਰ ਕੁਝ ਐਸੇ ਵੀ ਰਹੇ ਧਰਮ ਹੈਗੇ ਨੇ ਜਿਨ੍ਹਾਂ ਦੀ ਮਰਿਆਦਾ ਨੂੰ ਦੇਖ ਕੇ, ਜਿਨ੍ਹਾਂ ਦੇ ਕਾਸਟਿਊਮ ਨੂੰ ਦੇਖ ਕੇ ਐਸਾ ਮਹਿਸੂਸ ਹੁੰਦਾ ਹੈ ਕਿ ਇਹ ਇੱਕ ਧਰਮ ਦਾ ਅੰਗ ਹੋ ਕਿਵੇਂ ਸਕਦਾ ਹੈ, ਇੱਕ ਧਰਮ ਐਸੀ ਮਰਿਆਦਾ ਨੂੰ ਅਲਾਓ ਕਿਵੇਂ ਕਰ ਸਕਦਾ ਹੈ। ਕੁਝ ਐਸੇ ਵੀ ਧਰਮ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਰੀਰ ਦੇ ਉੱਤੇ ਕੱਪੜੇ ਪਹਿਨਣ ਦੀ ਜ਼ਰੂਰਤ ਹੀ ਕੋਈ ਨਹੀਂ, ਸਰੀਰ ਦੇ ਉੱਤੇ ਕੱਪੜੇ ਪਹਿਨਣ ਦੀ ਜ਼ਰੂਰਤ ਹੀ ਕੋਈ ਨਹੀਂ। ਤੇ ਮਸਕੀਨ ਸਾਹਿਬ ਕਹਿੰਦੇ ਉਹਦੇ ਨਾਲ ਵਿਚਾਰ ਹੋਈ ਤੇ ਉਹ ਕਹਿੰਦੇ ਜੀ ਇਦਾਂ ਚੱਲਦਾ ਹੈ,
ਤੇ ਉੱਥੇ ਮਸਕੀਨ ਸਾਹਿਬ ਕਹਿੰਦੇ ਮੈਂ ਇੱਕ ਗੱਲ ਕਹੀ ਕਿ ਜਿਹੜਾ ਇਨਸਾਨ ਆਪਣੇ ਧਰਮ ਗੁਰੂ ਦੇ ਉਪਦੇਸ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ, ਯਾਦ ਰੱਖਿਓ, ਜਿਹੜਾ ਇਨਸਾਨ ਆਪਣੇ ਸਰੀਰ ਨੂੰ ਆਪਣੇ ਧਰਮ ਗੁਰੂ ਦੇ ਅਕੋਰਡਿੰਗਲੀ ਨਹੀਂ ਬਣਾ ਸਕਦਾ, ਉਹ ਆਪਣਾ ਮਨ ਉਹਦੇ ਅਕੋਰਡਿੰਗਲੀ ਬਣਾਏਗਾ ਕਿਵੇਂ? ਗੱਲ ਬੜੀ ਗਹਿਰੀ ਹੈ। ਜਿਹੜਾ ਇਨਸਾਨ ਆਪਣੇ ਸਰੀਰ ਨੂੰ ਆਪਣੇ ਗੁਰੂ ਵਰਗਾ ਨਹੀਂ ਬਣਾ ਸਕਦਾ, ਉਹਦਾ ਮਨ ਉਹਦੇ ਗੁਰੂ ਵਰਗਾ ਕਿਵੇਂ ਬਣੇਗਾ? ਮਸਕੀਨ ਸਾਹਿਬ ਕਹਿੰਦੇ ਸਾਡੇ ਗੁਰੂ ਨੇ ਸਾਨੂੰ ਇਹ ਸਰੂਪ ਦਿੱਤਾ ਹੈ, ਸਤਿਗੁਰਾਂ ਦਾ ਇਹ ਹੁਕਮ ਹੋ ਗਿਆ ਕਿ ਤੂੰ ਇਸ ਸਰੂਪ ਨੂੰ ਧਾਰਨ ਕਰਨਾ ਹੈ, ਅਸੀਂ ਕਰਦੇ ਹਾਂ। ਤੇ ਜੇ ਕਰਾਂਗੇ ਤੇ ਹੌਲੀ ਹੌਲੀ ਗੁਰੂ ਦੀ ਸਿੱਖਿਆ ਨੂੰ ਕਮਾਉਂਦਿਆਂ ਹੋਇਆਂ ਸਾਡਾ ਮਨ ਵੀ ਉਸ ਗੁਰੂ ਵਰਗਾ ਹੋ ਸਕਦਾ ਹੈ, ਯਤਨ ਕੀਤਿਆਂ। ਪਰ ਜਿਹੜਾ ਆਪਣਾ ਸਰੀਰ ਹੀ ਨਹੀਂ ਉਸ ਗੁਰੂ ਵਰਗਾ ਬਣਾ ਸਕਦਾ, ਉਹਦਾ ਮਨ ਉਹਦੇ ਵਰਗਾ ਕਿਵੇਂ ਬਣੇਗਾ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਬਾਣੀ ਦੇ ਵਿੱਚ ਰੰਗਿਆ ਗਿਆ, ਉਹਦੇ ਦੀਦਾਰ ਕਰਨੇ ਮੇਰੇ ਦੀਦਾਰ ਕਰਨੇ ਹੋਣਗੇ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਇਨਸਾਨ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਦਾ ਪਿਆ ਏ, ਫੋਲੋ ਕਰਦਾ ਪਿਆ ਏ, ਉਹ ਪ੍ਰਮਾਤਮਾ ਦਾ ਰੂਪ ਹੋ ਗਿਆ। ਉਹਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ, ਕਿਉਂਕਿ ਉਹ ਸੁੱਖ ਦੁੱਖ ਨੂੰ ਇੱਕ ਬਰਾਬਰ ਸਮਝਦਾ ਹੈ। ਹੁਣ ਸੁੱਖ ਤੇ ਦੁੱਖ ਜਿਹੜੇ ਨੇ ਨਾ ਜੀ, ਇਹ ਸਾਡੇ ਮਨ ਨੂੰ ਭਟਕਾਉਂਦੇ ਨੇ। ਜਦੋਂ ਸੁੱਖ ਆ ਗਿਆ ਜੀਵਨ ਦੇ ਵਿੱਚ, ਰੱਬ ਭੁੱਲਦਾ ਹੈ, ਦੁੱਖ ਦੇ ਵਿੱਚ ਰੱਬ ਯਾਦ ਆਉਂਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਸਾਡਾ ਮਨ ਟਿਕਾ ਦੇ ਵਿੱਚ ਨਹੀਂ ਹੈ। ਖੁਸ਼ੀ ਦੇ ਵਿੱਚ ਰੱਬ ਭੁੱਲ ਜਾਂਦਾ ਹੈ, ਗਮੀ ਦੇ ਵਿੱਚ ਰੱਬ ਯਾਦ ਆਉਂਦਾ ਹੈ। ਇਹ ਮਨ ਦੀਆਂ ਦੋ ਹਾਲਤਾਂ ਨੇ, ਦੁਬਿਧਾ ਦੇ ਵਿੱਚ ਹੈ ਮਨ। ਤੇ ਜਦੋਂ ਤੱਕ ਮਨ ਨਹੀਂ ਟਿਕਿਆ, ਉਦੋਂ ਤੱਕ ਸੁੱਖ ਤੇ ਦੁੱਖ ਇੱਕ ਬਰਾਬਰ ਮਹਿਸੂਸ ਹੋ ਹੀ ਨਹੀਂ ਸਕਦੇ। ਜਦੋਂ ਤੱਕ ਮਨ ਨਹੀਂ ਟਿਕਿਆ, ਉਦੋਂ ਤੱਕ ਲਾਲਚ, ਅਟੈਚਮੈਂਟ, ਅਹੰਕਾਰ ਇਹ ਅੰਦਰੋਂ ਜਾ ਹੀ ਨਹੀਂ ਸਕਦੇ। ਤੇ ਜਿਹਦੇ ਅੰਦਰੋਂ ਜਾ ਨਹੀਂ ਸਕਦੇ, ਉਹ ਰੱਬ ਦਾ ਰੂਪ ਕਦੇ ਨਹੀਂ ਜੀ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਜੇ ਰੱਬ ਨੂੰ ਦੇਖਣਾ ਹੈ ਤੇ ਫਿਰ ਤੈਨੂੰ ਇੱਕ ਐਸੇ ਇਨਸਾਨ ਦੇ ਦੀਦਾਰ ਕਰਨੇ ਪੈਣਗੇ, ਜਿਹੜਾ ਇਨਸਾਨ ਇਹਨਾਂ ਸੁੱਖ ਤੇ ਦੁੱਖ ਨੂੰ ਇੱਕ ਬਰਾਬਰ ਸਮਝਦਾ ਹੈ ਤੇ ਵਿਕਾਰਾਂ ਦੇ ਉੱਤੇ ਜਿਸ ਨੇ ਜਿੱਤ ਪ੍ਰਾਪਤ ਕੀਤੀ ਹੋਈ ਹੈ। ਤੇ ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਜਿਸ ਨੂੰ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਕਿਉਂ ਜੀ? ਕਿਉਂਕਿ ਆਤਮ ਜਿਣੈ ਸਗਲ ਵਸ ਤਾਕੈ। ਉਸਨੇ ਸਾਰੇ ਵਿਕਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਹੈ। ਉਸਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਤੇ ਜਿਸ ਨੇ ਮਨ ਨੂੰ ਜਿੱਤ ਲਿਆ, ਵਿਕਾਰਾਂ ਨੂੰ ਕੰਟਰੋਲ 'ਚ ਕਰ ਲਿਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੋ ਮੂਰਤ ਭਗਵਾਨ, ਉਹ ਪ੍ਰਮਾਤਮਾ ਦਾ ਰੂਪ ਹੈ। ਕਿਉਂ? ਕਿਉਂਕਿ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਉਸ ਇਨਸਾਨ ਦੇ ਵਿੱਚ ਹਰੀ ਦਾ ਜਨ ਤੇ ਹਰੀ ਦੇ ਵਿੱਚ, ਪ੍ਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ ਜੀ। ਸਾਰੇ ਫਰਕ ਮਿਟ ਚੁੱਕੇ ਨੇ। ਉਹ ਪ੍ਰਮਾਤਮਾ ਦਾ ਰੂਪ ਹੋ ਚੁੱਕਾ ਹੈ। ਕਿਸ ਤਰ੍ਹਾਂ ਰੂਪ ਹੋ ਚੁੱਕਾ ਹੈ? ਜਿਸ ਤਰ੍ਹਾਂ ਕਹਿੰਦੇ ਨੇ ਨਾ, ਪਾਣੀ, ਇੱਕ ਗਿਲਾਸ ਦਾ ਪਾਣੀ ਦੂਸਰੇ ਬਰਤਨ ਦੇ ਵਿੱਚ ਮਿਲਾ ਦਿੱਤਾ ਜਾਵੇ ਤੇ ਉਹ ਇੱਕ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਰੱਬ ਦੇ ਰੰਗ ਦੇ ਵਿੱਚ ਜੁੜਿਆ, ਜਿਹੜਾ ਬਾਣੀ ਦੇ ਵਿੱਚ ਭਿੱਜ ਗਿਆ, ਸਤਿਗੁਰੂ ਜੀ ਕਹਿੰਦੇ ਉਹ ਵੀ ਉਸ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਤੇ ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ ਜੇ ਰਹਿੰਦਾ। ਗੁਰੂ ਅਰਜਨ ਸਾਹਿਬ ਨੂੰ ਇੱਕ ਸਿੱਖ ਹੋਇਆ, ਸਤਿਗੁਰਾਂ ਦਾ ਭਾਈ ਰੂਪਾ। ਇੱਕ ਸਿੱਖ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਉਂਦਾ ਹੈ, ਆਣ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ। ਕਹਿਣ ਲੱਗਾ, ਸਤਿਗੁਰੂ ਜੀ ਕੋਈ ਐਸਾ ਸਿੱਖ ਜਿਹੜਾ ਤੁਹਾਨੂੰ ਬਹੁਤ ਪਿਆਰਾ ਹੋਵੇ, ਐਸਾ ਸਿੱਖ ਜਿਸ ਸਿੱਖ ਨੂੰ ਦੇਖ ਕੇ ਇਵੇਂ ਲੱਗੇ ਕਿ ਤੁਹਾਡੇ ਵਿੱਚ ਤੇ ਸਿੱਖ ਦੇ ਵਿੱਚ ਫਰਕ ਹੀ ਕੋਈ ਨਹੀਂ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਸਿੱਖ ਨੂੰ ਕਿਹਾ, ਕਹਿਣ ਲੱਗੇ, ਭਲਿਆ ਜੇਕਰ ਤੂੰ ਐਸੇ ਸਿੱਖ ਦੇ ਦੀਦਾਰ ਕਰਨਾ ਚਾਹੁੰਦਾ ਹੈ ਤੇ ਇੱਕ ਪਿੰਡ ਹੈ ਸ਼ਹਿਬਾਜਪੁਰ, ਸ਼ਹਿਬਾਜਪੁਰ ਦੇ ਵਿੱਚ ਜਾ, ਉੱਥੇ ਸਿੱਖ ਹੈ ਭਾਈ ਸੰਮਣ। ਯਾਦ ਰੱਖਿਓ, ਇੱਥੇ ਕਲੀਅਰ ਕਰਦੇ ਹਾਂ, ਇੱਕ ਸਾਖੀ ਵੀ ਸੁਣਾਈ ਜਾਂਦੀ ਹੈ ਭਾਈ ਸੰਮਣ ਤੇ ਮੂਸਣ ਵਾਲੀ, ਉਹ ਨਹੀਂ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਿੱਖ ਸ਼ਹਿਬਾਜਪੁਰ ਦਾ ਰਹਿਣ ਵਾਲਾ ਭਾਈ ਸੰਮਣ, ਕਹਿੰਦੇ ਉਹਦੇ ਜਾ ਕੇ ਦੀਦਾਰ ਕਰ। ਭਾਈ ਸਾਹਿਬ ਚਲੇ ਗਏ ਸ਼ਹਿਬਾਜਪੁਰ, ਗਏ, ਜਾ ਕੇ ਪਿੰਡ ਦੇ ਵਿੱਚੋਂ ਪੁੱਛਿਆ ਭਾਈ ਸੰਮਣ ਦਾ ਘਰ, ਤੇ ਉਹਦੇ ਘਰੇ ਪਹੁੰਚੇ, ਮਿਲੇ ਭਾਈ ਸੰਮਣ ਜੀ ਨੂੰ। ਤੇ ਭਾਈ ਸੰਮਣ ਜੀ ਨੂੰ ਜਦੋਂ ਮਿਲੇ ਤੇ ਦੱਸਿਆ ਕਿ ਮੈਂ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਕੋਲੋਂ ਆਇਆ
ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜਾ ਕੇ ਮਿਲਾਂ, ਤੁਹਾਨੂੰ ਮਿਲਣ ਵਾਸਤੇ ਮੈਂ ਸਪੈਸ਼ਲ ਆਇਆ। ਤੇ ਭਾਈ ਸੰਮਣ ਜੀ ਨੇ ਉਹਨਾਂ ਦਾ ਵੈਲਕਮ ਕੀਤਾ, ਜਲ ਪਾਣੀ ਛਕਾਇਆ। ਜਲ ਪਾਣੀ ਛਕਾਉਣ ਤੋਂ ਬਾਅਦ ਉਹਨਾਂ ਨੂੰ ਘਰ ਦੇ ਵਿੱਚ ਬਿਠਾ ਕੇ ਆਪ ਘਰ ਦੇ ਕੰਮ ਵਿੱਚ ਰੁੱਝ ਗਏ। ਲੱਕੜਾਂ ਇਕੱਠੀਆਂ ਕਰਦੇ ਪਏ ਨੇ, ਇੱਕ ਬੈਠਣ ਵਾਸਤੇ ਅੱਜ ਦੀ ਸ਼ਬਦਾਵਲੀ ਦੇ ਵਿੱਚ ਕਿਹਾ ਜਾਵੇ ਤੇ ਕਾਰਪੈਟ ਕਹਿ ਲਈਏ ਆਪਾਂ ਬੈਠਣ ਵਾਸਤੇ, ਪੁਰਾਣੇ ਤੱਪੜ ਕਹਿੰਦੇ ਸੀ ਜੀ ਪੰਜਾਬੀ 'ਚ, ਉਹ ਤੱਪੜ ਸਿਉਂਦੇ ਪਏ ਨੇ, ਤਿਆਰ ਕਰਦੇ ਪਏ ਨੇ ਬੈਠਣ ਵਾਸਤੇ। ਸਾਰਾ ਦਿਨ ਉਹ ਕੰਮ ਦੇ ਵਿੱਚ ਲੱਗੇ ਰਹੇ। ਤੇ ਭਾਈ ਸਾਹਿਬ ਨੇ ਕਿਹਾ, ਜਿਹੜੇ ਮਿਲਣ ਵਾਸਤੇ ਆਏ ਸੀ, ਕਹਿਣ ਲੱਗੇ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ, ਪਰ ਮੈਂ ਦੇਖ ਰਿਹਾ ਕਿ ਤੁਸੀਂ ਆਪਣੇ ਘਰ ਦੇ ਕੰਮਾਂ ਦੇ ਵਿੱਚ ਹੀ ਰੁੱਝੇ ਪਏ ਹੋ। ਮਨ ਦੇ ਵਿੱਚ ਸੋਚਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਮੈਂ ਕਿਹਾ ਸੀ ਕਿ ਐਸਾ ਸਿੱਖ ਜਿਸ ਨੂੰ ਦੇਖ ਕੇ ਇਵੇਂ ਲੱਗੇ ਤੁਹਾਡੇ ਵਿੱਚ ਤੇ ਸਿੱਖ ਵਿੱਚ ਫਰਕ ਕੋਈ ਨਹੀਂ, ਪਰ ਜਦੋਂ ਮੈਂ ਇਹ ਸਿੱਖ ਨੂੰ ਦੇਖਦਾ ਪਿਆ ਇਹ ਤਾਂ ਘਰ ਦੇ ਕੰਮਾਂ ਦੇ ਵਿੱਚ ਰੁੱਝਾ ਪਿਆ ਏ, ਤੇ ਸਤਿਗੁਰੂ ਜੀ ਤਾਂ ਐਸੇ ਨਹੀਂ। ਤੇ ਸਵਾਲ ਕੀਤਾ, ਕਹਿਣ ਲੱਗੇ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ, ਪਰ ਕੀ ਦੇਖਦਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਦਾ ਸਮਾਂ ਆ ਚੁੱਕਾ ਹੈ, ਤੁਸੀਂ ਅਜੇ ਵੀ ਘਰ ਦੇ ਕੰਮਾਂ ਵਿੱਚ ਰੁੱਝੇ ਪਏ ਹੋ। ਤੇ ਭਾਈ ਸਾਹਿਬ, ਭਾਈ ਸੰਮਣ ਜੀ ਜਵਾਬ ਦਿੰਦੇ ਨੇ, ਕਹਿਣ ਲੱਗੇ ਜੀ ਕੰਮ ਬੜੇ ਜ਼ਰੂਰੀ ਨੇ। ਰਾਤ ਦਾ ਸਾਰਾ ਸਮਾਂ ਤੁਹਾਡੇ ਨਾਲ ਬਤੀਤ ਹੋਏਗਾ। ਸਾਰਾ ਕੰਮ ਨਿਬੇੜਿਆ ਜੀ ਦਿਨ ਦਾ, ਰਾਤ ਪਈ, ਰਾਤ ਨੂੰ ਬੈਠੇ ਭਾਈ ਸੰਮਣ ਜੀ ਦਾ ਬੇਟਾ, ਉਹਨਾਂ ਦਾ ਪੁੱਤਰ, ਉਹ ਵੀ ਬੈਠਾ, ਕੀਰਤਨ ਹੋਇਆ, ਸੰਗਤ ਜੁੜੀ, ਵਿਚਾਰਾਂ ਹੋਈਆਂ, ਵਿਚਾਰਾਂ ਕਰਦਿਆਂ ਰਾਤ ਬਤੀਤ ਹੋਈ, ਆਰਾਮ ਕੀਤਾ, ਅੰਮ੍ਰਿਤ ਵੇਲਾ ਹੋਇਆ ਜੀ। ਅੰਮ੍ਰਿਤ ਵੇਲੇ ਜਾ ਕੇ ਫਿਰ ਉਸ ਅਕਾਲ ਦੀ ਯਾਦ ਵਿੱਚ ਜੁੜੇ। ਤੇ ਉਸੇ ਦਿਨ ਹੀ ਉਸ ਪਿੰਡ ਦੀਆਂ, ਸ਼ਹਿਬਾਜ਼ਪੁਰ ਦੀਆਂ ਕੁਝ ਗਾਵਾਂ ਕਹਿ ਲਈਏ, ਕਾਊਜ਼, ਚੋਰ ਜਿਹੜੇ ਨੇ ਉਹ ਚੁਰਾ ਕੇ ਲੈ ਗਏ। ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਉਹਨਾਂ ਦਾ ਪਿੱਛਾ ਕੀਤਾ। ਹਲਕੀ ਜੀ ਲੜਾਈ ਹੋਈ, ਭਾਈ ਸੰਮਣ ਦਾ ਜਿਹੜਾ ਬੇਟਾ ਹੈ ਉਹ ਵੀ ਨਾਲ ਗਿਆ। ਛੋਟੀ ਜੀ ਲੜਾਈ ਹੋਈ, ਗੋਲੀ ਚੱਲੀ। ਉਹ ਗੋਲੀ ਜਿਹੜੀ ਹੈ ਭਾਈ ਸੰਮਣ ਦੇ ਬੇਟੇ ਨੂੰ ਲੱਗੀ ਤੇ ਉਹਦਾ ਬੇਟਾ ਚੜ੍ਹਾਈ ਕਰ ਗਿਆ, ਉਹਦੀ ਡੈਥ ਹੋ ਗਈ। ਜਿਹੜੀ ਡੈੱਡ ਬੋਡੀ ਉਸ ਨੂੰ ਲੈ ਕੇ ਘਰ ਲੈ ਕੇ ਆਂਦਾ। ਉਹ ਜਿਹੜਾ ਕਾਰਪੈਟ ਤੱਪੜ ਤਿਆਰ ਕੀਤਾ ਸੀ ਭਾਈ ਸਾਹਿਬ ਨੇ, ਉਹ ਵਿਛਾਇਆ ਗਿਆ ਜੀ ਵਿਹੜੇ ਦੇ ਵਿੱਚ। ਜਿਹੜੇ ਲੋਕ ਨੇ ਪਿੰਡ ਦੇ ਆਣ ਕੇ ਉੱਤੇ ਬੈਠਦੇ ਪਏ ਨੇ। ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸੀ ਭਾਈ ਸਾਹਿਬ ਨੇ, ਉਹ ਲੱਕੜਾਂ ਸ਼ਮਸ਼ਾਨ ਭੂਮੀ ਦੇ ਉੱਤੇ ਲਿਜਾਈਆਂ ਗਈਆਂ, ਉਹਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਸ਼ਮਸ਼ਾਨ ਸਿਮੈਟਰੀ, ਉਹਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਹੁਣ ਸਾਰੀ ਗੱਲ ਉਸ ਭਾਈ ਸਾਹਿਬ ਨੂੰ ਸਮਝ ਆਈ ਕਿ ਭਾਈ ਸੰਮਣ ਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੱਕੜਾਂ ਕਿਉਂ ਇਕੱਠੀਆਂ ਕਰਦੇ ਪਏ ਸੀ, ਘਰ ਦਾ ਕੰਮ ਕਿਉਂ ਕਰਦੇ ਪਏ ਸੀ। ਇਹ ਸਾਰੀ ਗੱਲ ਹੁਣ ਸਮਝ ਆਈ। ਤੇ ਜਦੋਂ ਸੰਸਕਾਰ ਹੋ ਗਿਆ ਤੇ ਭਾਈ ਸਾਹਿਬ ਨੇ ਭਾਈ ਸੰਮਣ ਜੀ ਨੂੰ ਕਿਹਾ, ਕਹਿਣ ਲੱਗੇ ਭਾਈ ਸੰਮਣ ਜੀ, ਜੇਕਰ ਤੁਹਾਨੂੰ ਪਤਾ ਸੀ ਕਿ ਇਹ ਘਟਨਾ ਵਾਪਰਨ ਵਾਲੀ ਹੈ, ਤੇ ਫਿਰ ਤੁਸੀਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਅਰਜ਼ੋਈ ਕਰਕੇ, ਬੇਨਤੀ ਕਰਕੇ ਆਪਣੇ ਬੇਟੇ ਦੀ ਉਮਰ ਕਿਉਂ ਨਾ ਮੰਗ ਲਈ? ਆਪਣੇ ਬੇਟੇ ਦੀ ਉਮਰ ਕਿਉਂ ਨਾ ਮੰਗ ਲਈ? ਤੁਸੀਂ ਅਰਦਾਸ ਕਰਦੇ, ਤੁਹਾਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਣਾ ਹੈ, ਤੁਸੀਂ ਅਰਦਾਸ ਕਰਦੇ ਗੁਰੂ ਚਰਨਾਂ ਦੇ ਵਿੱਚ, ਗੁਰੂ ਤੁਹਾਡੀ ਬੇਨਤੀ ਜ਼ਰੂਰ ਪ੍ਰਵਾਨ ਕਰਦਾ ਤੇ ਇਹ ਘਟਨਾ ਨਾ ਹੁੰਦੀ। ਤੇ ਭਾਈ ਸੰਮਣ ਜੀ ਨੇ ਕਹਿਣ ਲੱਗੇ, ਭਾਈ ਸਿੱਖਾ, ਇਹ ਸਰੀਰ ਨਾਸ਼ਵਾਨ ਹੈ। ਜੇਕਰ ਗੁਰੂ ਦੇ ਕੋਲੋਂ ਕੁਝ ਮੰਗਣਾ ਹੈ ਨਾ, ਤੇ ਗੁਰੂ ਦੇ ਕੋਲੋਂ ਇਸ ਸਰੀਰ ਨੂੰ ਨਹੀਂ, ਗੁਰੂ ਦੇ ਕੋਲੋਂ ਮੰਗਣਾ ਹੈ ਨਾਮ ਨੂੰ। ਇਹ ਸਰੀਰ ਤਾਂ ਇੱਥੇ ਹੀ ਰਹਿ ਜਾਣ ਵਾਲਾ ਹੈ, ਨਾਲ ਜਾਣ ਵਾਲਾ ਕੇਵਲ ਉਹਦਾ ਨਾਮ ਹੈ। ਨਾਲ ਜਾਣ ਵਾਲੀ ਵਸਤੂ ਕੇਵਲ ਉਹਦੀ ਯਾਦ ਹੈ, ਉਹਦੀ ਬੰਦਗੀ ਹੈ। ਇਸ ਸਰੀਰ ਨੇ ਤਾਂ ਇੱਥੇ ਹੀ ਰਹਿ ਜਾਣਾ ਹੈ। ਹੁਣ ਭਾਈ ਸਾਹਿਬ ਨੂੰ ਇਹ ਸਮਝ ਪਈ ਕਿ ਇਸ ਸਿੱਖ ਦੇ ਵਿੱਚ ਤੇ ਗੁਰੂ ਅਰਜਨ ਸਾਹਿਬ ਦੇ ਵਿੱਚ ਫਰਕ ਕੋਈ ਨਹੀਂ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਯਾਦ ਕਰਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਚੜ੍ਹਾਈ ਕਰਦੇ ਨੇ। ਉਹਨਾਂ ਦੇ ਸਾਂਢੂ ਪਤਾ ਲੈਣ ਵਾਸਤੇ ਆਉਂਦੇ ਨੇ ਤੇ ਸਤਿਗੁਰਾਂ ਨੂੰ ਪੁੱਛਦੇ ਨੇ, ਸਤਿਗੁਰੂ ਜੀ ਕੋਈ ਦੁੱਖ? ਕਹਿਣ ਲੱਗੇ, ਦੁੱਖ ਕੋਈ ਨਹੀਂ। ਕਿਉਂ ਜੀ? ਤੁਹਾਡਾ ਬੇਟਾ ਸੀ। ਸਤਿਗੁਰੂ ਜੀ ਕਹਿੰਦੇ, ਪ੍ਰਮਾਤਮਾ ਦਾ ਹੁਕਮ ਹੋਇਆ, ਉਹ ਇਸ ਸੰਸਾਰ ਦੇ ਵਿੱਚ ਆਇਆ, ਉਹਦਾ ਹੁਕਮ ਹੋਇਆ, ਹੁਕਮ ਦੇ ਵਿੱਚ ਉਹ ਚਲਾ ਗਿਆ। ਆਉਣ ਦੀ ਖੁਸ਼ੀ ਕੋਈ ਨਹੀਂ, ਜਾਣ ਦਾ ਗਮ ਕੋਈ ਨਹੀਂ। ਤੇ ਭਾਈ ਸੰਮਣ ਜੀ ਕਹਿੰਦੇ, ਉਹਦੇ ਹੁਕਮ ਦੇ ਵਿੱਚ ਬੇਟਾ ਆਇਆ, ਉਹਦੇ ਹੁਕਮ ਦੇ ਵਿੱਚ ਹੀ ਚਲਾ ਗਿਆ। ਨਾ ਬਹੁਤੀ ਖੁਸ਼ੀ ਤੇ ਨਾ ਹੀ ਬਹੁਤਾ ਗਮ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਸੁੱਖ ਦੁੱਖ ਜੇ ਪਰਸੈ ਨਹੀਂ। ਸਤਿਗੁਰੂ ਜੀ ਕਹਿੰਦੇ, ਇਹ ਨਿਸ਼ਾਨੀ ਹੈ, ਜਿਸ ਕਿਸੇ ਨੇ ਰੱਬ ਦੇ ਦੀਦਾਰ ਕਰਨੇ ਨੇ, ਉਹ ਐਸੇ ਸਿੱਖ ਦੇ, ਐਸੇ ਇਨਸਾਨ ਦੇ ਦੀਦਾਰ ਕਰੇ ਜਿਸ ਦੇ ਮਨ ਦੇ ਉੱਤੇ ਸੁੱਖ ਦੇ ਦੁੱਖ ਦਾ ਪ੍ਰਭਾਵ ਹੀ ਕੋਈ ਨਹੀਂ, ਜਿਹਦੇ ਅੰਦਰ ਵਿਕਾਰਾਂ ਦਾ ਰੌਲਾ ਕੋਈ ਨਹੀਂ। ਐਸੇ ਇਨਸਾਨ ਦੇ ਦੀਦਾਰ ਕੀਤਿਆਂ
ਸਤਿਗੁਰੂ ਜੀ ਕਹਿੰਦੇ ਉਸ ਰੱਬ ਦੀ ਯਾਦ ਆ ਜਾਂਦੀ ਹੈ। ਰੱਬ ਵੀ ਐਸਾ ਹੈ, ਗੁਰੂ ਵੀ ਐਸਾ ਹੈ, ਕਿਉਂਕਿ ਗੁਰੂ ਦੇ ਉੱਤੇ ਵੀ ਸੁੱਖ ਦੁੱਖ ਦਾ ਪ੍ਰਭਾਵ ਕੋਈ ਨਹੀਂ ਜੇ। ਗੁਰੂ ਅਰਜਨ ਸਾਹਿਬ ਆਪ ਸ਼ਹਾਦਤ ਦਿੰਦੇ ਪਏ ਨੇ, ਗੁਰੂ ਤੇਗ ਬਹਾਦਰ ਮਹਾਰਾਜ ਆਪ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਹੁੰਦੇ ਪਏ ਨੇ। ਸੁੱਖ ਦੁੱਖ ਦਾ ਅਸਰ ਹੀ ਕੋਈ ਨਹੀਂ ਸਰੀਰ ਦੇ ਉੱਤੇ, ਵਿਕਾਰਾਂ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਹੈ ਅੰਦਰ। ਤੇ ਜਿਹੜਾ ਐਸੇ ਸਿੱਖ ਦੇ, ਐਸੇ ਇਨਸਾਨ ਦੇ ਦੀਦਾਰ ਕਰਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਲਿਆ ਇਸ ਸਿੱਖ ਦੇ ਐਸੇ ਭਾਵਨਾ ਵਾਲੇ ਦੇ ਦੀਦਾਰ ਕਰ ਲੈ, ਤੂੰ ਰੱਬ ਦੇ ਦੀਦਾਰ ਕਰ ਲੈ। ਰੱਬ ਦੇ ਦੀਦਾਰ ਕਰਨ ਵਾਸਤੇ ਤੈਨੂੰ ਭਟਕਣ ਦੀ ਜ਼ਰੂਰਤ ਕੋਈ ਨਹੀਂ। ਕੋਸ਼ਿਸ਼ ਕਰ ਕਿ ਐਸੇ ਗੁਰਮੁਖ ਦੇ ਦਰਸ਼ਨ ਹੋ ਜਾਣ। ਕੇਵਲ ਦਰਸ਼ਨਾਂ ਵਾਸਤੇ ਹੀ ਕੋਸ਼ਿਸ਼ ਨਾ ਕਰ, ਇਹ ਵੀ ਯਤਨ ਕਰ ਕਿ ਗੁਰੂ ਰਹਿਮਤ ਕਰੇ, ਕਿਤੇ ਐਸੀ ਭਾਵਨਾ ਮੇਰੇ ਅੰਦਰ ਵੀ ਵਰਤ ਸਕੇ। ਇਹ ਅਰਦਾਸ ਕਰ ਗੁਰੂ ਚਰਨਾਂ ਦੇ ਵਿੱਚ, ਮੇਰੇ ਮਾਲਕ ਰਹਿਮਤ ਕਰ, ਜਿਹੜੇ ਬਚਨਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਸਮਝਾ ਰਹੇ ਹੋ ਨਾ, ਸੁੱਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਮੇਰੇ ਮਾਲਕ ਜੀ ਕਿਰਪਾ ਕਰੋ, ਕਿਤੇ ਐਸੀ ਕਲਾ ਸਾਡੇ ਅੰਦਰ ਵੀ ਵਰਤ ਸਕੇ। ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ, ਸਾਰੇ ਜਿਤਨੇ ਕੋ ਆਪਾਂ ਹਜ਼ੂਰੀ ਦੇ ਵਿੱਚ ਬੈਠ ਕੇ ਸਰਵਣ ਕਰਦੇ ਪਏ ਆ, ਜਾਂ ਜਿਤਨੇ ਵੀ ਆਪਾਂ ਘਰਾਂ ਦੇ ਵਿੱਚ ਬੈਠ ਕੇ ਲਾਈਵ ਸੁਣਦੇ ਪਏ ਆ, ਸਾਰੀ ਗੁਰੂ ਚਰਨਾਂ ਦੇ ਵਿੱਚ ਇਹ ਅਰਜ਼ੋਈ, ਇਹ ਬੇਨਤੀ ਕਰੀਏ, ਮੇਰੇ ਮਾਲਕ ਜੀ ਅਸੀਂ ਬਹੁਤ ਨਖੇਦਾਂ, ਅਸੀਂ ਬਹੁਤ ਪਾਪੀ ਹਾਂ, ਹਾਂ ਪਾਪੀ, ਤੂੰ ਬਖਸ਼ਣਹਾਰ, ਤੂੰ ਹੀ ਕਿਰਪਾ ਕਰੇ ਤੇ ਐਸੀ ਕਲਾ ਸਾਡੇ ਅੰਦਰ ਵਰਤ ਸਕਦੀ ਹੈ। ਕਿਉਂਕਿ ਗੁਰੂ ਬਖਸ਼ਿੰਦ ਹੈ, ਗੁਰੂ ਬਖਸ਼ਿਸ਼ਾਂ ਦਾ ਭੰਡਾਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਲਿਆ ਜੇਕਰ ਤੂੰ 3 ਗੱਲਾਂ ਆਪਣੇ ਜੀਵਨ ਦੇ ਵਿੱਚ ਫੋਲੋ ਕਰ ਲਵੇਂਗਾ, ਕਿਹੜੀਆਂ ਜੀ? ਕਹਿੰਦੇ ਸਭ ਤੋਂ ਪਹਿਲਾਂ ਪੂਜਾ ਅਕਾਲ ਕੀ, ਦੂਜੀ ਪਰਚਾ ਸ਼ਬਦ ਕਾ, ਪੂਜਾ ਕਰਨੀ ਹੈ ਅਕਾਲ ਦੀ, ਬੰਦਗੀ ਕਰਨੀ ਹੈ ਅਕਾਲ ਦੀ, ਪ੍ਰਮਾਤਮਾ ਦੀ। ਪਰਚਾ ਸ਼ਬਦ ਕਾ, ਵਿਸ਼ਵਾਸ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਤੇ। ਤੇ ਤੀਜਾ ਦੀਦਾਰ ਖਾਲਸੇ ਦਾ, ਦਰਸ਼ਨ ਕਰਨੇ ਨੇ ਖਾਲਸੇ ਦੇ। ਕੈਸੇ ਖਾਲਸੇ ਦੇ ਜੀ? ਜਿਸ ਦੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਏ ਨੇ, ਤੇ ਜਿਸ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ। ਕਿਉਂ ਦਰਸ਼ਨ ਕਰਨੇ ਨੇ ਖਾਲਸੇ ਦੇ? ਕਿਉਂਕਿ ਖਾਲਸੇ ਦੇ ਦਰਸ਼ਨ ਕੀਤਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ। ਬੜੇ ਲੋਕ ਐਸੇ ਨੇ ਜੀ ਦੁਨੀਆ ਦੇ ਵਿੱਚ, ਜਿਹੜੇ ਰਾਤ ਨੂੰ ਸੌਂਦੇ ਨੇ ਤੇ ਸਵੇਰੇ ਉੱਠ ਕੇ ਕਹਿ ਦਿੰਦੇ ਨੇ ਜੀ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਜਿਸ ਨੂੰ ਇਨਸਾਨ ਦੇ ਵਿੱਚੋਂ ਰੱਬ ਨਜ਼ਰ ਨਹੀਂ ਆਉਂਦਾ, ਉਸ ਨੂੰ ਸੁਪਨੇ ਵਿੱਚ ਵੀ ਰੱਬ ਨਜ਼ਰ ਨਹੀਂ ਜੇ ਆ ਸਕਦਾ। ਇੰਨੀ ਕੁ ਗੱਲ ਪੱਲੇ ਬੰਨ੍ਹ ਲਿਓ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਤੇ ਇਹ ਬਚਨ ਸਾਡੇ ਜੀਵਨ ਦਾ ਹਿੱਸਾ ਬਣ ਜਾਣ, ਕਿਤੇ ਗੁਰੂ ਰਹਿਮਤ ਕਰੇ ਐਸੀ ਕਲਾ ਸਾਡੇ ਅੰਦਰ ਵੀ ਵਰਤ ਜਾਵੇ, ਕਿਤੇ ਸੁੱਖ ਦੁੱਖ ਨੂੰ ਇੱਕ ਬਰਾਬਰ ਸਮਝਣਾ ਸਟਾਰਟ ਕਰ ਦਈਏ, ਕਿਤੇ ਵਿਕਾਰਾਂ ਤੋਂ ਸਾਡੀ ਖਲਾਸੀ ਹੋ ਜਾਵੇ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।